बीवी ने अपने आशना और भाइयों के साथ मिलकर अपने शोहर को मार डाला और लाश का मुंह जलाकर कहीं दूर फेंक दिया। ਕਿ ਉਹਨੇ ਗਲੀ 'ਚ ਖਲੋ ਕੇ ਗਾਲਾਂ ਕੱਢੀਆਂ ਨੇ, ਫਿਰ ਮੈਨੂੰ ਚਪੇੜ ਮਾਰੀ, ਮੇਰਾ ਮੂਡ ਬਣ ਗਿਆ, ਹੁਣ ਇਹਨੂੰ ਛੱਡਣਾ ਨਹੀਂ ਹੈ। क्या नाम है? ਸਾਇਮਾ साइमा, क्या वजह थी, क्यों अपने शोहर को कत्ल किया? ਨਸ਼ਾ ਕਰਕੇ ਮਾਰਦਾ ਸੀ, ਕੁੱਟਦਾ ਸੀ, ਜ਼ੁਲਮ ਕਰਦਾ, ਜ਼ਿਆਦਤੀਆਂ ਕਰਦਾ ਹੈ। कितने साल हो गए शादी को? 14 साल 14 साल के बाद पता लगा कि वो जुल्म और ज्यादती करता है। 14 साल से ही इस तरह हो रहा। फिर शादी क्यों की थी? घर वाला ने करवाई। शादी के बाद तो पता लग गया था ना कि बंदा ठीक नहीं है। हाँ जी। उसके बाद तलाक ले लेती, 4 बच्चे हो जाने के बाद जब बच्चे भी अब बड़े हो गए तब पता लगा कि बंदा ठीक नहीं था। ਪਹਿਲਾਂ ਵੀ ਆ ਕੇ ਮੈਂ ਕਿੰਨੀ ਦੇਰ ਰਹੀ ਹਾਂ, ਰਿਸ਼ਤੇਦਾਰ ਆ ਕੇ ਲੈ ਜਾਂਦੇ ਸੀ। ਫਿਰ 3 ਸਾਲ ਪਹਿਲਾਂ ਵੀ ਰਹਿ ਕੇ ਗਈਆਂ, ਆ ਕੇ ਲੈ ਜਾਂਦੇ ਸੀ। ਜਦੋਂ ਆਉਂਦੀ ਹਾਂ ਉਦੋਂ ਹੀ ਸੁਲ੍ਹਾ ਕਰਵਾ ਕੇ ਲੈ ਜਾਂਦੇ ਸੀ। ਬਾਅਦ 'ਚ ਜਦੋਂ ਕਹਿੰਦੇ ਹਾਂ ਇਸ ਤਰ੍ਹਾਂ ਕਰਦਾ, ਇਸ ਤਰ੍ਹਾਂ ਕਰਦਾ, ਉਦੋਂ ਕਹਿੰਦੇ ਹਨ ਕੋਈ ਗੱਲ ਨਹੀਂ, ਤੁਹਾਡਾ ਘਰੇਲੂ ਮਸਲਾ ਹੈ। ਜਦੋਂ ਮੈਂ ਇੱਥੇ ਆ ਕੇ ਬਹਿ ਜਾਂਦੀ ਹਾਂ ਉਦੋਂ ਸਾਰੇ ਮਨਾਉਣ ਲਈ ਆ ਜਾਂਦੇ। तो फिर ना मानो ना, तलाक ले लेती, ना मानती। जब इतनी तुम मजबूर थी, तुमने सोचा कि मैं कत्ल कर दूं। ਤਲਾਕ ਵੱਲੋਂ ਕਿਹਾ ਸੀ, ਕਹਿੰਦਾ ਦੁਨੀਆ ਤੇ ਜਿੱਥੇ ਮਰਜ਼ੀ ਚਲੀ ਜਾ, ਤੈਨੂੰ ਤਲਾਕ ਨਹੀਂ ਦੇਣੀ ਹੈ। अदालत में क्यों नहीं गई? ਕਹਿੰਦਾ ਤਲਾਕ ਨਹੀਂ ਦੇਣੀ, ਜਿੱਥੇ ਮਰਜ਼ੀ ਚਲ ਜਾ, ਅਦਾਲਤ 'ਚ ਚਲੀ ਜਾ। ਮੈਂ ਉੱਥੇ ਜਾ ਕੇ ਕਹਿਣਾ ਮੈਂ ਤਲਾਕ ਨਹੀਂ ਦੇਣੀ। किस तरीके से कत्ल किया? ਛੁਰੀ ਨਾਲ कहाँ छुरी मारी? ਗਲੇ 'ਚ। गले पे मारी? तुमने मारी? ਨਹੀਂ ਭਾਈ ਜਵੇਦ ਨੇ। भाई जवेद? ਹਾਂਜੀ क्या ताल्लुकात थे जवेद के साथ? ਭਾਈ ਹੈ। नाजायज ताल्लुकात थे? ਨਹੀਂ, फिर वो तुम्हारे घर में आके क्यों रहता था? ਉਹ ਮੇਰੇ ਆਉਣ ਤੋਂ ਪਹਿਲਾਂ ਹੀ ਇੱਥੇ, ਜਦੋਂ ਅੰਮੀ ਹੋਰੀ ਨਵੇਂ ਇੱਥੇ ਆਏ ਨੇ, ਉਦੋਂ ਦਾ ਉਹਨਾਂ ਨਾਲ ਘਰ ਆਉਣਾ ਜਾਣਾ। ਮੈਨੂੰ ਤਾਂ 3 ਮਹੀਨੇ ਹੋਏ ਨੇ ਇੱਥੇ ਆਇਆਂ ਨੂੰ। हमें सच सच बताओ कि किस तरीके से कत्ल की साजिश रची? वो घर आए, खाना खिलाया, खाने में कुछ मिला के दिया? ਨਹੀਂ ਮੈਡਮ, ਉਹ ਨਸ਼ਾ ਕਰਦਾ ਸੀ, ਉਹਨੂੰ ਕੁਛ ਮਿਲਾ ਕੇ ਦੇਣ ਦੀ ਜ਼ਰੂਰਤ ਹੀ ਨਹੀਂ ਹੈ। खाना खिलाया था ਹਾਂਜੀ। और तैयार बैठी थी घर में सारी चीज़ें लेके कि आज मार देने? ਨਹੀਂ, ਉਦੋਂ ਮੇਲੇ ਤੋਂ ਜਾਣ ਤੋਂ ਪਹਿਲਾਂ ਜਦੋਂ ਲੜਾਈ ਕੀਤੀ ਉਹਨੇ ਮੈਨੂੰ ਮਾਰਿਆ, ਉਸ ਦਿਨ ਸਲਾਹ ਬਣਾਈ, ਨਹੀਂ ਤੇ ਮੇਰੀ ਸਲਾਹ ਕੋਈ ਨਹੀਂ। ਜਦੋਂ और तभी सलाह बना के छुरी भी आ गई। ਬਾਅਦ ਚ ਲਿਆਂਦੀ, ਜਿਸ ਦਿਨ ਉਹ ਮੇਲੇ ਤੇ ਗਿਆ ਪਿੱਛੋਂ ਲੈ ਕੇ ਆਏ। क्या तुम्हें खुश नहीं रखता था? ਨਹੀਂ क्या क्या खुशी नहीं दी उसने तुम्हें? खिलाता पिलाता नहीं था? बच्चे किसने पाले फिर? ਮੈਡਮ, ਮੈਂ ਖੁਦ ਮਿਹਨਤ ਕਰਦੀ ਹਾਂ। ਫੁੱਟਬਾਲ ਸਿਲਾਈ ਕਰ ਲੈ, ਕਿਸੇ ਦਾ ਕੰਮ ਕਰ ਲੈ, ਜਦ ਕੋਈ ਆ ਗਿਆ ਉਹਦਾ ਕੰਮ ਕਰ ਲੈ। ਮਹੱਲੇ ਵਾਲਿਆਂ ਨੇ ਕੱਪੜੇ ਦੇ ਦਿੱਤੇ, ਉਹ ਬੱਚਿਆਂ ਨੂੰ ਪਾ ਲਏ, ਮੈਨੂੰ ਦੇ ਦਿੱਤੇ, ਉਹ ਮੈਂ ਪਾ ਲਏ। सबसे बड़े बच्चे का क्या नाम है, क्या एज है उसकी? 11 ਸਾਲ ਦੀ ਬੇਟੀ ਹੈ, ਹਾਦੀਆ ਨਾਮ ਹੈ ਉਹਦਾ। चलो, वो लड़ाई करके मेले पे चला गया, उसके बाद कत्ल की साजिश किसके साथ मिलकर रचाई? ਮੈਡਮ, 3 ਭਾਈਆਂ ਨਾਲ। क्या बोला उन्हें, क्या बात हुई? ਉਹਨਾਂ ਨੂੰ ਮੈਂ ਕਿਹਾ ਅਗਰ ਤੁਸੀਂ ਮੇਰੀ ਗੱਲ ਨਾ ਮੰਨੀ ਤਾਂ ਮੈਂ ਆਪਣੇ ਬੱਚਿਆਂ ਨੂੰ ਲੈ ਕੇ ਗੱਡੀ ਥੱਲੇ ਆ ਜਾਣਾ, ਮੈਂ ਮਰ ਜਾਣਾ ਹੈ। ਮੈਂ ਉਹਨਾਂ ਨੂੰ ਵੀ ਮਾਰ ਲੈਣਾ ਨਾਲ, ਅਗਰ ਤੁਸੀਂ ਮੰਨੇ ਨਾ। ਤੇ ਉਹ ਨਹੀਂ ਮੰਨਦੇ, ਉਹਨਾਂ ਨੂੰ ਮੈਂ ਇਸ ਤਰ੍ਹਾਂ ਹੀ ज़बरदस्ती ब्लैकमेल करके मनाया उन्होंने। खुद तो इधर फंसी हो दलदल में, अपने भाइयों की ज़िंदगी भी ख़राब कर दी। बस भाइयों से प्यार नहीं था? बहुत ज़्यादा। तो फिर क्यों उन्हें जेल में क्यों सड़ने के लिए ले आई हो? गुस्से नाल मैडम गुनाह हो गया, ਉਹਦੀ ਵਜ੍ਹਾ ਤੋਂ ਸਾਰੇ ਇੱਥੇ ਬੈਠੇ। ਜਿਸ ਦਿਨ ਮੇਲੇ ਤੋਂ ਆਇਆ ਹੈ ਉਸ ਦਿਨ ਫਿਰ ਮੇਰੀ ਨੀਅਤ ਬਦਲ ਜਾਣੀ। ਫਿਰ ਆ ਕੇ ਉਹਨੇ ਗਲੀ 'ਚ ਖਲੋ ਕੇ ਗਾਲਾਂ ਕੱਢੀਆਂ ਨੇ, ਜਿਹੜੀਆਂ ਨਾ ਸੁਣਨ ਵਾਲੀਆਂ ਹੋਣ, ਨਾ ਮਹੱਲੇਦਾਰਾਂ ਨੇ ਸਾਰਿਆਂ ਨੇ ਸੁਣਿਆ। ਗਾਲਾਂ ਕੱਢੀਆਂ ਨੇ, ਫਿਰ ਅੰਦਰ ਆਇਆ, ਫਿਰ ਮੈਨੂੰ ਚਪੇੜ ਮਾਰੀ। ਮੈਂ ਕਿਹਾ ਨਹੀਂ ਸੁਧਰ ਸਕਦਾ ਹੈ। ਫਿਰ ਮੇਰਾ ਮੂਡ ਬਣ ਗਿਆ, ਹੁਣ ਇਹਨੂੰ ਛੱਡਣਾ ਨਹੀਂ ਹੈ। अच्छा, अब ये आपके मूड के ऊपर है कि आपने बंदे की जान लेनी है? जी मैडम, मैं क्या सारी ज़िंदगी ਦੇ ਰੋਣ ਨਾਲੋਂ ਇੱਕ ਦਿਨ ਬੰਦਾ ਰੋ ਲੇ ਉਹ ਬਿਹਤਰ। और अब जो सारी ज़िंदगी रोना है, क़यामत के बाद भी रोना है? जी मैडम। उसके बाद वो आ गया, उसने थप्पड़ मारा, फिर क्या किया? मैडम शाम ਨੂੰ ਸੌਂ ਗਏ ਸਾਰੇ। फिर जावेद को फ़ोन किया कि आ जाओ अब? ਮੈਡਮ ਉਹ ਪਹਿਲਾਂ ਹੀ ਉੱਥੇ ਹੀ ਨੇ, ਫੋਨ ਨਹੀਂ ਕੀਤਾ। ਫਿਰ ਭਾਈਆਂ ਨੂੰ ਅਸੀਂ ਗੱਲ ਕੀਤੀ, ਉਹਨਾਂ ਛੋਟੇ ਭਾਈ ਨੇ ਉਹਦੇ ਮੂੰਹ ਤੇ ਤਕੀਆ ਰੱਖਿਆ, ਵੱਡੇ ਭਾਈ ਨੇ ਲੱਤਾਂ ਫੜੀਆਂ, ਮੈਂ ਬਾਜ਼ੂ ਫੜੇ। भाई जवेद ने चोरी फेरी मार दिता। जावेद कौन है ना? वो तुम लोगों का रिश्तेदार है, और उसका आपके घर में रहने का क्या तुक बनता है जब आपका मियाँ ही घर पे नहीं है? मैडम वो घर नहीं रहता है, आना जाना है घर, वो अपने जाके सौंदा। छुरी कौन लेके आया था? भाई जवेद। मंगवाई थी ना खुद? जी। उसके बाद उसे मार दिया? हाँ जी। फिर क्या किया उसका? फिर मैडम बिस्तरे पे सी, ਉਹਦੇ ਥੱਲੇ ਸ਼ੌਪਰ 'ਚ ਪਾ ਕੇ ਉਹਨਾਂ ਨੂੰ ਰੱਖ ਦਿੱਤਾ ਰਾਤ ਨੂੰ। ਸੁਬਾਹ ਦਿਨ ਚੜਿਆ, ਬੱਚੇ ਤੇ ਮੇਰੀ ਅੰਮੀ ਹੋਰੀ ਸਾਰਿਆਂ ਨੂੰ ਛੋਟੀ ਭੈਣ ਵੱਲ ਭੇਜ ਦਿੱਤਾ।
ਬਾਅਦ 'ਚ ਮੈਂ ਦੂਸਰੇ ਕਮਰੇ 'ਚ ਮੇਰਾ ਬੀਪੀ ਲੋ ਹੋ ਗਿਆ। ਮੈਂ ਦੂਸਰੇ ਕਮਰੇ 'ਚ ਭਾਈਆਂ ਨੇ ਪਤਾ ਨਹੀਂ ਕੀ ਕੀਤਾ, ਬੰਨਿਆ ਕਿੱਥੇ ਸੁੱਟ ਕੇ ਆਏ ਨੇ, ਮੈਨੂੰ ਇਸ ਗੱਲ ਦਾ ਨਹੀਂ ਪਤਾ। बीपी लो हो गया उसके बाद? जी मैडम। मारते हुए जब देखा तब बीपी लो नहीं हुआ? तब ही हुआ। अगले दिन बच्चों ने उठ के पूछा नहीं अम्मी अब्बू किधर गए? ਪੁੱਛਿਆ ਸੀ, ਮੈਂ ਕਿਹਾ ਲੜ ਕੇ ਚਲਾ ਗਿਆ। ਛੋਟਿਆਂ ਨੇ ਪੁੱਛਿਆ ਸੀ, ਵੱਡੀ ਕੁੜੀ ਨੇ ਨਹੀਂ ਪੁੱਛਿਆ। ਮੈਂ ਕਿਹਾ ਲੜ ਕੇ ਚਲਾ ਗਿਆ। ਬਾਅਦ 'ਚੋਂ ਨਹੀਂ ਪੁੱਛਿਆ ਉਹਨਾਂ। जब आग लगाई है मियाँ के मुंह को तब कहाँ थी? दूसरे कमरे 'ਚ। दूसरे कमरे में देखा नहीं कि वो पेट्रोल लेके आए हैं, भाई आग लगाई है? नहीं मैंने नहीं देखा। इतना होश नहीं था? नहीं। जब पकड़ी गई हो तब कौन से घर में थी, किसके साथ थी? अपनी अम्मी के घर ਉੱਥੇ ਹੀ ਰਹਿੰਦੀ ਹਾਂ मैं। अब उधर ही रहती थी? ਜਦੋਂ ਆਈ ਹਾਂ ਉਦੋਂ ਹੀ ਉੱਥੇ ਰਹਿੰਦੀ ਹਾਂ। अम्मी अब्बू को जब पता लगा है कि बेटी ने क्या करतूत घोली है तो क्या बोला उन्होंने? ਅੱਬੂ ਆਉਂਦੇ ਨੇ, ਅੰਮੀ ਦੇ ਮੱਥੇ ਨਹੀਂ ਆਈ, ਅੰਮੀ ਤੇ ਸਾਹਮਣਾ ਨਹੀਂ ਹੋਇਆ ਇਹ। अब्बू ने नहीं कहा कि मेरी बेटी है, तुम बेटी और तुमने ये करतूत खोल दी है? ਕਿਹਾ ਸੀ। कोई सोचा हुआ था कि किसी और से मैंने शादी कर लेनी है? नहीं। किसी और को पसंद करती थी? नहीं। फिर क्या सोच के तुमने अपने मियाँ को मारा और बच्चों के सर से साया छीन लिया वालद का? ਕੁਛ ਵੀ ਨਹੀਂ ਸੋਚਿਆ ਮੈਡਮ ਉਸ ਟਾਈਮ, ਗੁੱਸੇ ਨਾਲ ਪਾਗਲ ਹੋਈ ਬਸ ਇਹੀ ਕਿ ਨਫ਼ਰਤ ਨਾਲ ਬਦਲਾ ਲੈਣਾ, ਹੋਰ ਕੁਛ ਵੀ ਨਹੀਂ ਸੋਚਿਆ। हाँ जी, क्या नाम है? इफ्तिखार। इफ्तिखार, क्या करते हो? ऑटो मोल्डिंग। मुझे ये बताओ अपने बहनोई को क्यों कत्ल किया? बहन को मारता था, कुटता था, नशा करता था। ठीक है, उस बाद जेड़ा बच्चों का खर्चा नहीं पूरा करता। तो बहन की तलाक करवा देते? एक दो बार क्या भी हैगा वे, लेकिन बहन ਜਿਹੜੀ ਇਹਨੇ ਕਹਿੰਦੀ ਵੀ ਕਿ ਨਹੀਂ ਤਲਾਕ ਉਹਨਾਂ ਨੇ ਨਹੀਂ ਦੇਣੀ ਹੈਗੀ। ਉਂਝ ਵੀ ਉਹਨੂੰ ਪੁੱਛਿਆ ਕਿ ਤਲਾਕ ਮਜ਼ੀਦ ਤੇਰੇ ਬਿਹਤਰ ਹੈ ਤਲਾਕ ਦੇ ਦੇ, ਜਦ ਤੂੰ ਖਰਚਾ ਹੀ ਨਹੀਂ ਪੂਰਾ ਕਰ ਸਕਦਾ। ਠੀਕ ਹੈ, ਤੂੰ ਤਲਾਕ ਦੇ ਦੇ। ਉਹਨੇ ਕਿਹਾ ਜਿੱਥੇ ਮਰਜ਼ੀ ਦੌੜ ਲਵੋ, ਮੈਂ ਤਲਾਕ ਨਹੀਂ ਦੇ ਸਕਦਾ। तो अदालत तक जाते? ਅਦਾਲਤ ਦਾ ਮੈਡਮ ਪਤਾ ਕੋਈ ਨਹੀਂ ਸੀ ਹੈਗਾ ਸਾਨੂੰ। कत्ल का पता था? ਠੀਕ ਹੈ, ਜੇ ਅਗਰ ਇਹ ਹੈ ਕਿ ਸਾਨੂੰ ਅਦਾਲਤ ਦਾ ਪਤਾ ਹੁੰਦਾ, ਪੜ੍ਹੇ ਲਿਖੇ ਹੁੰਦੇ ਤਾਂ ਅਦਾਲਤ ਦੇ ਵਿੱਚ ਚਲੇ ਜਾਂਦੇ। ਪੜ੍ਹੇ ਲਿਖੇ ਹੈ ਕੋਈ ਨਹੀਂ ਹਾਂ। ਠੀਕ ਹੈ कत्ल का पता था कि कत्ल कैसे करना है? ਮੈਡਮ ਬਸ ਨਹੀਂ ਨਾ ਪਤਾ ਹੈਗਾ। ਇਸ ਚੀਜ਼ ਦਾ ਪਤਾ ਹੁੰਦਾ ਤਾਂ ਮਜ਼ੀਦ ਬਿਹਤਰ ਹੈ ਕਿ ਅਸੀਂ ਆਪਣੇ ਜਿੰਜ ਵੀ ਕਿਸੇ ਨਾਲ ਸਲਾਹ ਮਸ਼ਵਰਾ ਕਰਕੇ ਤੇ ਅਸੀਂ ਇਹਨੂੰ ਕੰਮ ਨੂੰ ਰਫਾ ਦਫਾ ਕਰ ਲੈਂਦੇ। अच्छा मुझे ये बताओ अब कत्ल कैसे किया? ਸਲਾਹ ਬਣਾ ਕੇ ਉਸ ਤੋਂ ਬਾਅਦ ਜਿਹੜਾ ਨਾ ਫਿਰ ਇਹ ਇੱਕ ਛੋਟੇ ਨੇ ਸਰਾਣਾ ਰੱਖਿਆ। मुंह तो सराहना रखा छोटे ने? ਜੀ फिर? ਠੀਕ ਹੈ, ਜਿਵੇਂ ਇਹਨੇ ਛੁਰੀ ਚਲਾਈ, ਮੈਂ ਉਹਦੇ ਪਾਉਂ ਫੜੇ छुरी कितने चलाई? ਗਲੇ ਤੇ। किन्ने चलाई छुरी? ਜਵੇਦ ਨੇ। जवेद कौन? ਜਵੇਦ ਇਹ ਵਾਲਾ। ए जवेद ने? ਜੀ इन्हों ने छुरी गले ते चलाई फिर? ਜੀ ਭੈਣੀ ਨੇ ਹੱਥ ਫੜੇ ਸੀ, ਉਹਦੀ ਛਾਤੀ 'ਤੇ ਪੈ ਗਈ ਸੀ। ਠੀਕ ਹੈ, ਉਸ ਤੋਂ ਬਾਅਦ ਛੁਰੀ ਇਹਨੇ ਚਲਾਈ ਹੈ, ਮੈਂ ਪਾਉਂ ਫੜੇ ਨੇ, ਉਹਨੇ ਸਰਾਣਾ ਮੂੰਹ ਤੇ ਰੱਖਿਆ। कितनी देर लगी उन्होंने मरन? ਮੈਡਮ ਸਿਰਫ 5 ਮਿੰਟ। सिर्फ 5 मिनट ਤੇ ਤੁਸੀਂ ਕਿਸੇ ਦੀ ਜ਼ਿੰਦਗੀ ਖਤਮ ਕਰਤੀ? ਜੀ ਠੀਕ ਹੈ। ਹਾਂਜੀ, ਤੁਹਾਡਾ ਕੀ ਨਾਮ? ਜਵੇਦ ਜਵੇਦ ਸਾਹਿਬ, ਕੀ ਲੱਗਦੇ ਹੋ ਇਹਨਾਂ ਦੇ? ਜੀ ਮੂੰਹ ਵਾਲੇ ਭਾਈ ਥੇ ਮੂੰਹ ਬੋਲੇ ਭਾਈ ਲੱਗਦੇ ਹੋ? ਜੀ। ਤੇ ਮੂੰਹ ਬੋਲੇ ਭਾਈ ਲੱਗਦੇ ਹੋ ਤੇ ਤੁਸੀਂ ਸਮਝਾਇਆ ਨਹੀਂ ਇਹਨਾਂ ਨੂੰ ਕਿ ਛੋਟੇ ਨੇ ਕੀ ਹਰਕਤ ਕਰਨ ਜਾ ਰਹੇ ਨੇ? ਜੀ ਮੈਂ ਉਹਨਾਂ ਨੂੰ ਸਾਰਾ ਸਮਝਾਇਆ ਸੀ ਮੈਡਮ। ਫਿਰ ਤੁਸੀਂ ਕਿਹਾ ਕਿ ਚਲੋ ਸਾਰਾ ਸਮਝਾਤਾ ਹੈ ਕਿ ਤੂੰ ਸਰਾਣਾ ਰੱਖਣਾ ਹੈ, ਤੂੰ ਛੁਰੀ ਮਾਰਨੀ ਹੈ, ਤੂੰ ਲੱਤਾਂ ਫੜਨੀਆਂ, ਤੂੰ ਬਾਹਾਂ ਫੜਨੀਆਂ, ਇਹ ਸਮਝਾਇਆ ਸੀ? ਨਹੀਂ ਮੈਡਮ, ਮੈਂ ਨਹੀਂ ਸੀ ਸਮਝਾਇਆ। ਕੋਈ ਜ਼ਾਤੀ ਦੁਸ਼ਮਣੀ ਸੀ ਤੁਹਾਡੀ ਇਹਨਾਂ ਦੇ ਬਹਿਨੋਈ ਦੇ ਨਾਲ? ਨਹੀਂ ਮੇਰੀ ਮੈਡਮ ਕੋਈ ਸਾਥੀ ਨਹੀਂ ਸੀ। ਫਿਰ ਤੁਸੀਂ ਕਿਉਂ ਆ ਸਟੈਪ ਚੱਕਿਆ ਕਿ ਕਿਸੇ ਨੂੰ ਕਤਲ ਕਰ? ਉਹ ਇਹਨਾਂ ਦੀ ਸਿਸਟਰ ਕਹਿੰਦੀ ਸੀ ਕਿ ਮੈਂ ਨੱਸ ਜਾਣਾ, ਭੱਜ ਜਾਣਾ, ਇਹ ਕਰਨਾ ਉਹ ਕਰਨਾ। ਠੀਕ ਹੈ, ਤੇ ਨੱਸ ਜਾਂਦੀ, ਭੱਜ ਜਾਂਦੀ, ਤੁਸੀਂ ਘਰ ਲੈ ਆਨੇ? ਬਸ ਅਸੀਂ ਮੈਡਮ ਗਲਤੀ ਕਰ ਲਈ, ਉਹਦੀ ਗੱਲ ਪਿੱਛੇ ਲੱਗ ਕੇ ਕਿ ਭੈਣ ਦੇ ਪਿੱਛੇ ਗੱਲ ਲੱਗ ਕੇ। ਭੈਣ ਨੇ ਕਿਹਾ ਸੀ ਕਿ ਇਹਨੂੰ ਖਤਮ ਕਰਨਾ ਹੈ? ਹਾਂਜੀ। ਭੈਣ ਨੂੰ ਮਸਲਾ ਸੀ ਤੇ ਉਹਦੀ ਤੁਸੀਂ ਤਲਾਕ ਕਰਵਾ ਦੇਣੇ, ਖੁਲਾਹ ਕਰਾ ਦੇਣੇ, ਤੇ ਚਲੋ ਨਹੀਂ ਸੀ ਇਹਨਾਂ ਨੂੰ ਪਤਾ। ਤੁਸੀਂ ਤੇ ਇਹਨਾਂ ਸਾਰਿਆਂ ਨਾਲੋਂ ਜ਼ਿਆਦਾ ਸਮਝਦਾਰ ਲੱਗ ਰਹੇ ਹੋ। ਜੀ ਕਿਹਾ ਸੀ, ਲੇਕਿਨ ਉਹ ਕਹਿੰਦੀ ਸੀ ਮੇਰਾ ਮੀਆਂ ਤਲਾਕ ਨਹੀਂ ਮੈਨੂੰ ਦਿੰਦਾ। ਛੁਰੀ ਕਿੱਥੋਂ ਲਈ ਸੀ? ਛੁਰੀ ਬੱਕਰ ਮੰਡੀ ਨਾਲ ਰੇੜੀ ਹੈਗੀ ਸੀ, ਦੁਕਾਨਾਂ ਦੇ ਅੱਗੇ ਲੱਗੀ ਹੈ, ਉੱਥੋਂ ਲਈ ਸੀ। ਸਪੈਸ਼ਲ ਖਰੀਦ ਕੇ ਲਿਆਏ ਸੀ? ਹਾਂਜੀ। ਤੁਸੀਂ ਤੇ ਕਹਿ ਰਹੇ ਅਚਾਨਕ ਮਾਰਿਆ ਤੇ ਛੁਰੀ ਤੁਸੀਂ ਸਪੈਸ਼ਲ ਖਰੀਦ ਲਈ? ਨਹੀਂ, ਉਹਨੇ ਜੋ ਇਹਨਾਂ ਦੀ ਸਿਸਟਰ ਨੂੰ ਮਾਰਿਆ ਕੁੱਟਿਆ ਨਾ, ਉਸ ਤੋਂ ਬਾਅਦ ਪਲੈਨਿੰਗ ਬਣਾਈ ਅਸੀਂ। ਅੱਛਾ ਠੀਕ ਹੈ। ਤੇ ਤੁਸੀਂ ਕੀ ਨਾਮ ਹੈ ਤੁਹਾਡਾ? आसम। आजम, क्या करते हो? इंजेक्शन मोल्डिंग मशीनों का काम। क्यों मारा अपने बहनोई को? ਭੈਣ ਨੂੰ ਮਾਰਦਾ ਸੀ, ਕੁੱਟਦਾ ਸੀ, ਨਸ਼ਾ ਕਿਉਂ ਮਾਰਦਾ ਸੀ ਭੈਣ ਨੂੰ? ਨਸ਼ਾ ਪਾਣੀ ਕਰਦਾ ਸੀ। ਪਤਾ ਨਹੀਂ ਸੀ ਤੁਹਾਨੂੰ ਜਦੋਂ ਤੁਸੀਂ ਵਿਆਹ ਕੀਤਾ ਕਿ ਨਸ਼ਾ ਕਰਦਾ ਹੈ? ਨਹੀਂ, ਸਾਨੂੰ ਨਹੀਂ ਸੀ ਪਤਾ ਮੈਡਮ। ਬੱਚੇ ਕਿੰਨੇ ਨੇ? 4। 4 ਬੱਚਿਆਂ ਤੋਂ ਬਾਅਦ ਜਾ ਕੇ ਪਤਾ ਲੱਗਿਆ ਕਿ ਉਹ ਨਸ਼ਾ ਕਰਦੇ ਤੇ ਉਹਨੂੰ ਅਸੀਂ ਮਾਰਨਾ ਹੈ? ਨਹੀਂ ਮੈਡਮ, ਮਾਰਨ ਦਾ ਪਲਾਨ ਨਹੀਂ ਸੀ ਹੈਗਾ, ਬਸ ਉਹ ਸਰਾਣਾ ਰੱਖਿਆ ਸੀ ਮੂੰਹ ਤੇ? ਜੀ। ਤੜਫਦਾ ਹੋਇਆ ਆਏ ਨਹੀਂ? ਸ਼ਰਮ ਨਹੀਂ ਆਈ? ਜ਼ਰਾ ਗੈਰਤ ਨਹੀਂ ਆਈ ਕਿ ਤੜਫਦਾ ਪਿਆ?
मैडम बस गलती हो गई है। बहन किसी और से शादी करना चाहती थी किसी से भी नहीं करना चाहती थी। और इतनी बेदर्दी से मारने के बाद उसे कहाँ फेंका? और मैडम उन्होंने ਜਿਹੜਾ ਨਾ ਪਹਿਲਾਂ ਉਹਨੂੰ ਬੰਨਿਆ ਬੰਨ ਬੁੰਨ ਕੇ ਇਹਨਾਂ ਨੇ ਨਹੀਂ, ਤੂੰ ਵੀ ਨਾਲ ਹੀ ਸੀ। ਮੈਡਮ ਮੈਂ ਨਾਲ ਨਹੀਂ ਸਨ ਬੰਨਣ ਬਣਾਉਣ ਚ ਮੈਂ ਨਾਲ ਨਹੀਂ ਸਨ, ਇਹ ਦੋ ਸਨ। ਠੀਕ ਹੈ, ਉਸ ਤੋਂ ਬਾਅਦ ਇਹ ਹੈਗਾ ਕਿ ਇਹਨਾਂ ਨੇ ਜਿਹੜਾ ਨਾ ਬੰਨਿਆ ਬੰਨ ਬੁੰਨ ਕੇ ਤੇ ਇਹਨਾਂ ਨੇ ਜਿਹੜਾ ਇੱਥੇ ਦੂਸਰਾ ਕਿਨਾਰਾ ਯਤੀਮਖਾਨੇ ਚੌਕ ਦੇ ਵਿੱਚ ਛੱਡ ਕੇ ਗਏ ਨੇ। ਪੈਟਰੋਲ ਕਿਹਨੇ ਛਿੜਕਿਆ ਸੀ ਮੂੰਹ ਤੇ? ਛੋਟੇ ਨੇ। ਹਾਂਜੀ, ਤੁਸੀਂ ਅੱਗ ਲਾਈ ਸੀ ਮੂੰਹ ਤੇ? ਜੀ ਇੰਨਾ ਤੁਸੀਂ ਪੜ੍ਹੇ ਲਿਖੇ ਨਹੀਂ ਹੋ, ਇੰਨਾ ਨਹੀਂ ਪਤਾ ਸੀ ਕਿ ਅਦਾਲਤ ਜਾਣ ਦਾ ਨਹੀਂ ਸਾਨੂੰ ਪਤਾ, ਇੰਨਾ ਪਤਾ ਸੀ ਕਿ ਮੂੰਹ ਤੇ ਅਸੀਂ ਪੈਟਰੋਲ छिड़क के आग लानी है? बस मैडम गलती हो गई। कहाँ लगाई थी आग? मुंह पे? घर में ही लगाई थी? जी किसने आइडिया दिया था कि ये मुंह पे आग लगानी है? आइडिया नहीं है मैडम, मैं आप ही लाई सी। क्यों लगाई थी? कोई नफरत थी, गुस्सा था, नहीं मैडम। ताकि कोई पहचाने ना इसलिए लगाई? जी पेट्रोल कहाँ से लिया? पंप से लिया। जब उसको आप लोग मार रहे थे वो क्या बोल रहा था? वो कुछ भी नहीं बोला था, इस तरह आना इसने वो मुंह के ऊपर रखा, उसकी आवाज़ ही निकली थी हमारी। हाथ पाँव तो मार रहा होगा ना, तड़फ रहा होगा? हाँ जी, इतना तो होता ही है। इतना तो होता ही है, मतलब कि पहले भी करते रहे हैं ये काम? नहीं, अल्लाह माफ़ करे, मैंने कभी ऐसा काम नहीं किया। कितने बच्चे हैं आपके? मेरे 4 बच्चे हैं, मैं उससे करके अपनी ज़िंदगी बर्बाद कर ली अपनी। नहीं, आपको इतनी अब शर्म आ रही है कि आपके भी 4 बच्चे थे, आपको ये काम करते हुए ज़रा नहीं ख्याल आया कि मेरे भी 4 बच्चे और मैं किसी और बच्चों से उनके बाप का साया उनके सर से छीन लूं? बस इनकी बहन के जैसे भाइयों के भाई, आपका कोई ताल्लुक था उनकी बहन से? कोई तल्लक नहीं था मेरा। फिर इतनी हमदर्दी कहाँ से आ गई? बस ना अपनी भाई, सगी बहन के बंदे को मारेंगे आप? बस गलती हो गई मैडम। तो जी नाज़रीन, हमारे साथ इस वक्त सब इंस्पेक्टर अशरफ साहब मौजूद हैं। आइए ज़रा इनसे केस की तफसीलात के बारे में जानते हैं। 18/6 को ये 15 की कॉल हुई थी। 15 की कॉल पाकर मौके पे पहुंचे हैं तो वहाँ एक गठरी बांधी हुई थी जो वो फुटपाथ के मेन मुल्तान रोड फुटपाथ पे पड़ी हुई थी। उनको हमने कब्ज़ा में लिया, वहाँ उसको आउट ऑफ अंदर किया और उसके बाद PFS वाले जो हमारे SOP के मुताबिक जब वो PFS वाले जब तक नहीं आते तो उस वक्त तक हम उनको बिल्कुल नहीं किसी किस्म का कोई छेड़छाड़ नहीं करते। जब सुबह 7 बजे आए हैं तो उन्होंने आके गठरी को काटा और काट के उससे एक डेड बॉडी इसम इसका नामालूम मर्द जिसकी उम्र तकरीबन 32-33 साल थी वो मिली है। उसको बाद उन्होंने तमाम अपने जो SOP के मुताबिक काम थे वो किए, उनके फिंगरप्रिंट लिए और चीज़ें भी जो उनके मुताबिक थी वो उन्होंने ली, कब्ज़े में ली और हमें तमाम चीज़ें पार्सल हमें दे दिए हमारे कब्ज़े में। सर, बॉडी की हालत क्या थी जब आप? हालत उस वक्त कुछ तकरीबन, क्योंकि वो 1-2 दिन की डेड बॉडी थी, उसके मुश्क आ रही थी। उसके बाद उसको बराए पोस्टमार्टम जनरल अस्पताल पहुँचाया गया और उसके तमाम जो थे इश्तिहार शुरू होगा दिया गया और अखबारात में दिया गया और अपना केबल पे चलाया गया, मुख्तलिफ मसाजिद में ऐलान किया गया और फिर उसके बाद जो उसकी डेड बॉडियों पर पोस्टमार्टम करवा के उसको कफन दफन किया गया सगियाँ कब्रिस्तान में। और उसके बाद जो थी उसकी सामने कैमरे लगे हुए थे सेफ सिटी के, वहाँ सेफ सिटी में जाकर देखा तो वो उस दिन से लेकर आगे दिन तक हमने तमाम चेक किया, कुछ नज़र नहीं आ रहा था। फिर हमने सोचा कि ये हो सकता है ये एक से डेड बॉडी ख़राब थी को पीछे इसके जाएं देखें कैमरों को। जब उनको बताया कि ये पीछे जाएं एक दिन आप देखें तो उन्होंने पीछे करके देखा तो उसमें नज़र आ गया कि एक रक्षा 17 तारीख को दिन 12 बज पर 31 मिनट पर वहाँ पहुँचा और उसमें 2 एक रक्षा चला रहा था, एक साथ दूसरा था। दोनों ने आके वो रक्षा रोका और उस गठरी को निकाल कर वहाँ फुटपाथ पे रखा। 7 मिनट उन्होंने यहाँ पे कार्रवाई की है निकालते हुए, ये लगे हैं 31 मिनट से लेकर 37 मिनट तक। और वो रक्षा जो है वो आगे स्कीम मोड़ की तरफ गया, वहाँ से फिर टर्न लेके वापस पहले बंद रोड की तरफ से आया, फिर वहाँ से वो फिर बंद रोड की तरफ वापस यतीम खाने की तरफ गया। और हमने वो तमाम कैमराज जो थे वो तकरीबन बाबू साबू शेराकोट तक वो रक्षा नज़र आ रहा था, लेकिन नंबर उसका नहीं मिलता था, वो नंबर उसमें नहीं आता था। उसके बाद शेराकोट तक हम काफ़ी तलाश के आगे भी तलाश करते रहे हर रोज़, लेकिन
वो नहीं मिल रहा था। कुछ दिन बाद ये हमें फिंगरप्रिंट उसके जो हमने भिजवाए थे वो मसूल हुए। फिर वहाँ से हम 36 घंटे में वहाँ उस तक मुलजमान तक पहुँच गए। सर मुलजमान आपको कहाँ मिला? मुलजमान फिर वो उस वक़्त तो तकरीबन कुछ बाहर थे, कुछ घर में मिल गए, तो हमने तमाम को गिरफ्तार कर लिया। इसमें सर FIR किन दफात के तहत काटी गई और मुद्दई कौन है केस का? FIR पहले तो 302 थी, अब उसमें कुछ जब हमें ये मुलज़म मिले हैं या उधर PF फसल बाटरी वाले आए हैं तो उसमें यह है कि इन्होंने कुछ अब मुलजमान की तादाद में होता है ना कोई रद्दोबदल, अब ये मुलजमान की तादाद उसमें 302 के साथ चौथी भी लगाई गई है और निशानात ख़त्म करने से 201 भी लगाई गई है, ये आज़ाद की गई है। जी जी। और मुद्दई कौन है केस का? मुद्दई उनका भाई है। कौन से वाला? मकतूल का मकतूल का भाई है मुद्दई। भाई है।